ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਪਰਮ ਸਨਮਾਨਯੋਗ ਅੱਜ ਦੀ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਇਸ ਕਲਾਸ ਵਿੱਚ ਜੀ ਆਇਆਂ। ਅੱਜ ਅਸੀਂ ਓੰਕਾਰ ਬਾਣੀ ਦੀ ਵਿਚਾਰ ਅਗਲੀਆਂ ਪੌੜੀਆਂ ਦੀ ਸ਼ੁਰੂ ਕਰਾਂਗੇ। 8 ਪੌੜੀਆਂ ਤੱਕ ਅਸੀਂ ਬਾਣੀ ਦੀ ਵਿਚਾਰ ਪਹਿਲਾਂ ਕਰ ਚੁੱਕੇ ਹਾਂ। ਤੋਂ ਪਿਛਲੇ ਵੀਰਵਾਰ ਨੂੰ ਜੋ 7ਵੀਂ ਤੇ 8ਵੀਂ ਪੌੜੀ ਦੀ ਵਿਚਾਰ ਅਸੀਂ ਕੀਤੀ ਸੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਕਹਿਣ ਲੱਗੇ, ਹੇ ਪਾਂਡੇ, ਆਪਣੇ ਮਨ ਦੀ ਪੱਟੀ ਦੇ ਉੱਤੇ ਹਰ ਥਾਂ ਵਿਆਪਕ ਪਰਮੇਸ਼ਰ ਦਾ ਨਾਮ ਲਿਖ। ਉਹ ਪਰਮੇਸ਼ਰ ਜੋ ਕਿਸੇ ਖਾਸ ਥਾਂ ਤੇ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ, ਜਿਹਨੂੰ ਮੂਰਤੀਆਂ ਦੇ ਰੂਪ ਵਿੱਚ ਸਥਾਪਿਤ ਨਹੀਂ ਕੀਤਾ ਜਾ ਸਕਦਾ, ਉਹ ਪਰਮੇਸ਼ਰ ਜਿਸ ਨੂੰ ਅਸੀਂ ਕਿਸੇ ਰੰਗ ਰੂਪ ਵਿੱਚ ਨਹੀਂ ਬੰਨ੍ਹ ਸਕਦੇ, ਉਹ ਪਰਮੇਸ਼ਰ ਹਰ ਥਾਂ ਵਿਆਪਕ ਹੋ ਕੇ ਸਾਰੀ ਜਗਤ ਦੀ ਕਾਰ ਵਿਹਾਰ ਦੇਖ ਰਿਹਾ ਹੈ, ਚਲਾ ਰਿਹਾ ਹੈ। ਇਹ ਸੰਸਾਰ ਉਸ ਨੇ ਪ੍ਰਗਟ ਕੀਤਾ, ਉਸ ਤੋਂ ਬਣਿਆ, ਤੇ ਜਗਤ ਦੇ ਇਸ ਸੰਸਾਰ ਦੇ ਜੋ ਤੱਤ ਹਨ, ਹਵਾ, ਪਾਣੀ, ਅੱਗ, ਇਹ ਸਾਰਾ ਉਹਦਾ ਆਪਣੇ ਬਣਾਏ ਹੋਏ ਹਨ। ਇਹਨਾਂ 5 ਤੱਤਾਂ ਤੋਂ ਉਸ ਮਾਲਕ ਨੇ ਰਚਨਾ ਕੀਤੀ ਹੈ, ਔਰ ਉਸ ਗੋਪਾਲ ਦੀ ਜੋਤ ਹੀ ਸਾਰਿਆਂ ਵਿੱਚ ਪਸਰ ਰਹੀ ਹੈ, ਜੋ ਸਰਵ ਵਿਆਪਕ ਹੈ। ਜਿਹੜਾ ਮਨੁੱਖ ਉਸ ਪਰਮਾਤਮਾ ਨੂੰ ਹਰ ਥਾਂ ਵਿਆਪਕ ਸਮਝ ਲੈਂਦਾ, ਇਹ ਗੱਲ ਪਛਾਣ ਲੈਂਦਾ ਹੈ, ਜਿਸ ਨੂੰ ਹਰ ਥਾਂ ਤੇ ਪਰਮਾਤਮਾ ਦਿਸਦਾ ਹੈ, ਉਹਨੂੰ ਆਦਰ ਮਿਲਦਾ ਹੈ, ਮਾਨ ਮਿਲਦਾ ਹੈ। ਕੋਈ ਵਿਰਲਾ ਮਨੁੱਖ ਹੀ ਐਸਾ ਹੈ ਜੋ ਸਤਿਗੁਰ ਦੀ ਸ਼ਰਨ ਵਿੱਚ ਪੈ ਕੇ ਪਰਮ ਪਿਤਾ ਪਰਮੇਸ਼ਰ ਦੇ ਨਾਲ ਆਪਣੀ ਸਾਂਝ ਬਣਾਉਂਦਾ ਹੈ, ਆਪਣੀ ਜਾਣ ਪਛਾਣ ਬਣਾ ਲੈਂਦਾ ਹੈ। ਫਿਰ ਸੁਰਤ ਉਸ ਦੇ ਵਿੱਚ ਟਿਕਾਉਂਦਾ ਹੈ ਤੇ ਉਹਦਾ ਜੀਵਨ ਧੀਰਜ ਵਾਲਾ, ਹੌਸਲੇ ਵਾਲਾ ਬਣ ਜਾਂਦਾ ਹੈ, ਸਹਿਜ ਆ ਜਾਂਦਾ ਹੈ।
ਇਹੋ ਜਿਹਾ ਮਨੁੱਖ ਹੀ ਪਰਮੇਸ਼ਰ ਦੇ ਨੇੜੇ ਹੁੰਦਾ ਔਰ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦਾ ਹੈ। ਜਿਸ ਮਨੁੱਖ ਨੂੰ ਪ੍ਰਭੂ ਆਪ ਰਹਿਮਤ ਕਰਕੇ ਬਖਸ਼ਿਸ਼ ਕਰਕੇ ਇਹ ਦਾਤ ਦਿੰਦਾ ਹੈ, ਜਿਸ ਨੂੰ ਗੁਰੂ ਦੀ ਰਾਹੀਂ ਆਪਣਾ ਉਪਦੇਸ਼ ਦ੍ਰਿੜ ਕਰਾਉਂਦਾ ਹੈ, ਉਹ ਮਨੁੱਖ ਹੀ ਸਦੀਵ ਸੁਖ ਨੂੰ ਮਾਣਦਾ ਹੈ। ਫਿਰ ਗੁਰੂ ਪਾਤਸ਼ਾਹ ਜੀ ਨੇ ਅਗਲੀ ਪੌੜੀ 'ਚ ਵਿਚਾਰ ਦਿੱਤੇ ਸੀ, ਇਹ ਪਾਂਡੇ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖ, ਜੋ ਸਭ ਤੋਂ ਵੱਡਾ ਗੋਪਾਲ ਹੈ, ਧਰਤੀ ਦਾ ਪਾਲਕ ਹੈ, ਜੋ ਤਿੰਨੇ ਭਵਨਾਂ ਵਿੱਚ ਵਿਆਪਕ ਹੈ। ਧਰਤੀ ਆਕਾਸ਼ ਸਭ ਤਾਂ ਉਹਦੀ ਜੋਤ ਦਾ ਸਾਰਾ ਹੈ, ਪਸਰਿਆ ਹੋਇਆ ਹੈ। ਉਹ ਗੋਪਾਲ, ਉਹ ਪਰਮੇਸ਼ਰ ਹੀ ਆਪ ਕਿਰਪਾ ਕਰਕੇ ਗੁਰੂ ਦੀ ਰਾਹੀਂ ਪ੍ਰਗਟ ਹੋ ਕੇ ਸਰਵ ਵਿਆਪਕ ਸਰੂਪ ਦੀ ਸੋਝੀ ਕਰਾਉਂਦਾ ਹੈ। ਭਾਵ ਗੁਰੂ ਦੇ ਗਿਆਨ ਤੋਂ ਇਹ ਗੱਲ ਸਮਝ ਆਉਂਦੀ ਹੈ। ਜਿਸ ਨੂੰ ਇਹ ਸਮਝ ਆ ਗਈ ਉਹ ਭਟਕਣਾ ਤੋਂ ਬਚ ਜਾਂਦਾ ਹੈ, ਉਹ ਭਟਕਣਾ ਵਿੱਚ ਨਹੀਂ ਪੈਂਦਾ। ਇਸ ਜਗਤ ਦੀ ਘਾਟ ਕਰਨ ਵਾਲਾ ਉਹ ਪਰਮੇਸ਼ਰ ਸ਼ਬਦ ਦੀ ਰਾਹੀਂ ਹੀ ਮਨੁੱਖ ਦੇ ਹਿਰਦੇ ਵਿੱਚ ਆ ਕੇ ਟਿਕਦਾ ਹੈ, ਵਸਦਾ ਹੈ, ਨੇੜੇ ਹੋ ਕੇ ਆਪਣੀ ਸਿਫਤ ਸਲਾਹ ਦੀ ਨਿਚਾਰ ਝੜੀ ਲਾਉਂਦਾ ਹੈ, ਚਿਮਚਿਮ ਵਰਸਦਾ ਹੈ। ਉਹ ਜਗਤ ਦਾ ਸਵਾਰਨਹਾਰ ਹੈ। ਤੇ ਉਸ ਜਿਹੜਾ ਪ੍ਰਭੂ ਦੇ ਇਸ ਭੇਦ ਨੂੰ ਸਮਝ ਲੈਂਦਾ ਹੈ, ਜਾਣ ਲੈਂਦਾ ਹੈ ਕਿ ਪ੍ਰਭੂ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਹੈ, ਆਪ ਹੀ ਸਾਰੇ ਜਗਤ ਨੂੰ ਪਾਲਣਾ ਕਰਨ ਵਾਲਾ ਹੈ, ਆਪ ਹੀ ਸਾਰੇ ਜਗਤ ਨੂੰ ਰੋਸ਼ਨੀ ਦੇਣ ਵਾਲਾ ਹੈ, ਆਪ ਹੀ ਇਸ ਜਗਤ ਦਾ ਸੰਘਾਰ ਕਰਨ ਵਾਲਾ ਹੈ, ਆਪ ਹੀ ਜਗਤ ਨੂੰ ਜੀਵਨ ਦੀ ਜਾਚ ਸਿਖਾਉਣ ਵਾਲਾ ਹੈ, ਉਹ ਪਰਮੇਸ਼ਰ ਦੇ ਦਰ ਤੇ ਕਬੂਲ ਹੋ ਜਾਂਦਾ ਹੈ। ਅੱਜ ਦੀ ਜੋ ਪੌੜੀ ਆਰੰਭ ਹੁੰਦੀ ਹੈ, ਉਗਵੈ ਸੂਰ ਅਸੁਰ ਸੰਘਾਰੈ, ਉੱਚੋਂ ਦੇਖ ਸ਼ਬਦ ਵਿਚਾਰੈ, ऊपर आद अंत ते लोए, आपे करे कथै सुनै सोए। ओ विधाता मन तन दी, ओ विधाता मन मुख सोए। प्रभ जग जीवन अवर न कोई, नानक नाम रते पत हुए। प्रभ जग जीवन अवर न कोई, नानक नाम रते पत हुए। ਉਗਵੈ, ਉਗਵੇ ਦਾ ਹੁੰਦਾ ਚੜ੍ਹਨਾ, ਪੈਦਾ ਹੋਣਾ। ਸੂਰ ਦਾ ਅਰਥ ਹੈ ਸੂਰਜ, ਅਸੁਰ ਦਾ ਅਰਥ ਹੈ ਬੁਰਾਈ, ਵਿਕਾਰ। ਸੰਘਾਰੇ ਦਾ ਅਰਥ ਹੈ ਖਤਮ ਕਰਨਾ, ਨਾਸ਼ ਕਰ ਦੇਣਾ, ਮਾਰ ਦੇਣਾ, ਮੁਕਾ ਦੇਣਾ। ਸੂਰਜ ਚੜ੍ਹਦਾ, ਰੋਸ਼ਨੀ ਹੁੰਦੀ ਹੈ। ਜਦੋਂ ਸੂਰਜ ਚੜ੍ਹਦਾ ਆਪਾਂ ਵੇਖਦੇ ਹਾਂ ਰੋਸ਼ਨੀ ਹੋ ਜਾਂਦੀ ਹੈ, ਹਰ ਪਾਸੇ ਰੋਸ਼ਨੀ ਹੀ ਰੋਸ਼ਨੀ ਨਜ਼ਰ ਆਉਂਦੀ ਹੈ। ਦੋ ਚੀਜ਼ਾਂ ਕਦੀਆਂ ਇਕੱਠੀਆਂ ਨਹੀਂ ਰਹਿ ਸਕਦੀਆਂ।
ਹਨੇਰਾ ਤੇ ਚਾਨਣ, ਜਾਂ ਰੋਸ਼ਨੀ ਹੋਏਗੀ ਜਾਂ ਹਨੇਰਾ ਹੋਏਗਾ। ਜੇ ਰੋਸ਼ਨੀ ਹੈ ਤੇ ਹਨੇਰਾ ਨਹੀਂ ਹੋ ਸਕਦਾ, ਤੇ ਜੇ ਹਨੇਰਾ ਹੈ ਤੇ ਇਹਦਾ ਮਤਲਬ ਰੋਸ਼ਨੀ ਨਹੀਂ ਹੈ। ਉਹ ਚੀਜ਼ਾਂ ਇਕੱਠੀਆਂ ਨਹੀਂ ਰਹਿੰਦੀਆਂ। ਇੱਥੇ ਲਫ਼ਜ਼ ਆਇਆ ਸੂਰ। ਸੂਰ ਦਾ ਅਰਥ ਸੂਰਜ। ਕਿਹੜਾ ਸੂਰਜ? ਗਿਆਨ ਰੂਪੀ ਸੂਰਜ। ਹੁਣ ਸਤਿਗੁਰੂ ਜੀ, ਗੁਰੂ ਨਾਨਕ ਪਾਤਸ਼ਾਹ ਜੀ ਸਮਝਾਉਂਦੇ ਨੇ, ਪਿਛਲੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਹੀ, ਵੀ ਜਿਸ ਮਨੁੱਖ ਦੇ ਅੰਦਰ ਸਤਿਗੁਰ ਦੇ ਬਖਸ਼ੇ ਹੋਏ ਗਿਆਨ ਦੀ ਰੋਸ਼ਨੀ ਪੈਦਾ ਹੋ ਜਾਂਦੀ, ਸੂਰਜ ਚੜ੍ਹ ਪੈਂਦਾ ਹੈ, ਉਸ ਗਿਆਨ ਦੀ ਰੋਸ਼ਨੀ ਨਾਲ ਅਸੁਰ ਸੰਘਾਰ ਹੈ, ਕਾਮ ਦੇ ਵੈਰੀਆਂ ਨੂੰ ਮਾਰ ਮੁਕਾਉਂਦਾ ਹੈ, ਖਤਮ ਕਰ ਲੈਂਦਾ ਹੈ, ਜਿੱਤ ਪ੍ਰਾਪਤ ਕਰ ਲੈਂਦਾ ਹੈ। ਪਰ ਇਹ ਸੰਭਵ ਗੁਰੂ ਦੇ ਗਿਆਨ ਨਾਲ ਹੈ। ਜਦੋਂ ਮਨੁੱਖ ਦੇ ਅੰਦਰ ਗੁਰੂ ਦੇ ਬਖਸ਼ੇ ਗਿਆਨ ਰਾਹੀਂ ਉਸ ਬੇਅੰਤ ਪ੍ਰਭੂ ਨਾਲ ਨੇੜਤਾ ਬਣ ਜਾਂਦੀ ਹੈ, ਉਸ ਨਾਲ ਜਾਣ ਪਛਾਣ ਬਣ ਜਾਂਦੀ ਹੈ, ਉਸ ਦਾ ਸੰਬੰਧ ਜੁੜ ਜਾਂਦਾ ਹੈ, ਤਾਂ ਫਿਰ ਉਸ ਦੀ ਖੋਟੀ ਮੱਤ, ਮੰਦੀ ਮੱਤ, ਭੈੜੇ ਵਿਚਾਰ ਨਾਸ਼ ਹੋ ਜਾਂਦੇ ਹਨ। ਦੁਰਮਤ, ਜਿਸ ਤੁਸੀਂ ਕਹਿੰਦੇ ਦੁਰਮਤ, ਦੁਰਮਤ ਦਾ ਨਾਸ਼ ਹੋ ਜਾਂਦਾ ਹੈ। ਗੁਰੂ ਦੇ ਬਖਸ਼ੇ ਹੋਏ ਗਿਆਨ ਦੇ ਸਦਕਾ ਉਹ ਮਨੁੱਖ ਫਿਰ ਪ੍ਰਭੂ ਵਿੱਚ ਪੂਰੀ ਤਰ੍ਹਾਂ ਭਿੱਜ ਜਾਂਦਾ ਹੈ, ਅਪੇਰ ਹੋ ਜਾਂਦਾ ਹੈ। ਉਹਦੀ ਸੋਚ ਵੀ ਫਿਰ ਪ੍ਰਭੂ ਅਨੁਸਾਰੀ ਹੋ ਜਾਂਦੀ ਹੈ। ਇਹ ਹੁਕਮੀ ਬੰਦਾ ਹੈ। ਜਦੋਂ ਗੁਰੂ ਦਾ ਗਿਆਨ ਆਉਂਦਾ ਹੈ, ਫਿਰ ਮਨੁੱਖ ਹੁਕਮੀ ਬੰਦਾ ਬਣਦਾ ਹੈ। ਤੇ ਹੁਕਮ ਇੱਕ ਐਸੀ ਚੀਜ਼ ਹੈ ਜਿਸ ਉੱਤੇ ਫਿਰ ਕਿੰਤੂ ਨਹੀਂ ਹੁੰਦਾ, ਜਿਸ ਉੱਤੇ ਕੋਈ ਸਵਾਲ ਨਹੀਂ ਉੱਠਦਾ। ਫਿਰ ਤਾਂ ਜੋ ਤਿਸ ਭਾਵੇ ਨਾਨਕਾ ਸਾਈ, ਗੱਲ ਚੰਗੀ ਵਾਲੀ ਅਵਸਥਾ ਤੇ ਜਾ ਪਹੁੰਚਦਾ ਹੈ। ਦੁੱਖ ਸੁੱਖ ਇਹ ਸਭ ਉਹਦੇ ਹੁਕਮ ਵਿੱਚ ਉਹਨੂੰ ਸਮਝ ਆ ਜਾਂਦੀ ਹੈ। ਉਹਦੀ ਮੱਤ ਜਿਹੜੀ ਹੈ, ਉਹਦੀ ਸੋਚ ਜਿਹੜੀ ਹੈ, ਉਹ ਪ੍ਰਭੂ ਦੇ ਵਰਗੀ ਬਣ ਜਾਂਦੀ ਹੈ। ਅੰਦਰ ਗਿਆਨ ਹੋਇਆ, ਉਹਨੂੰ ਸਮਝ ਆ ਗਈ, ਸੋਚ ਉੱਚੀ ਤੇ ਪਵਿੱਤਰ ਹੋ ਜਾਂਦੀ ਹੈ, ਸੁੱਚੀ ਹੋ ਜਾਂਦੀ ਹੈ। ਤੇ ਇਸ ਪਵਿੱਤਰ ਸੋਚ ਦੇ ਸਦਕਾ, ਨਿਰਮਲ ਸੋਚ ਦੇ ਸਦਕਾ, ਉਹ ਮਨੁੱਖ ਨਾਮ ਅੰਮ੍ਰਿਤ ਦੇ ਰਸ ਨਾਲ ਪੂਰੀ ਤਰ੍ਹਾਂ ਭਿੱਜ ਜਾਂਦਾ ਹੈ, ਜਿਹਨੂੰ ਅਸੀਂ ਪਿਛਲੀ ਵਾਰੀ ਪੜ੍ਹਿਆ ਸੀ, ਝਿਮ ਝਿਮ ਵਰਸਦਾ ਹੈ। ਪਹਿਲਾਂ ਸੋਚ ਗੁਰੂ ਅਨੁਸਾਰੀ ਹੋਵੇ, ਪਹਿਲਾਂ ਗੁਰੂ ਦੀ ਸ਼ਰਨ ਹੋਵੇ, ਫਿਰ ਸੋਚ ਗੁਰੂ ਅਨੁਸਾਰੀ ਹੋਵੇ, ਫਿਰ ਗੁਰੂ ਪਰਮੇਸ਼ਰ ਨਾਲ ਮਿਲਾਪ ਕਰਾਉਂਦਾ, ਫਿਰ ਜਿਹੋ ਜਿਹਾ ਪਰਮੇਸ਼ਰ ਦੇ ਗੁਣ ਹਨ, ਉਹੋ ਜਿਹੇ ਗੁਣ ਗੁਰੂ ਦੇ ਬਖਸ਼ੇ ਗਿਆਨ ਨਾਲ ਉਹਦੇ ਵਿੱਚ ਵੀ ਆਉਂਦੇ ਹਨ। ਗੁਰੂ ਦੇ ਬਖਸ਼ੇ ਗਿਆਨ ਸਦਕਾ ਉਹਨਾਂ ਅੰਦਰ ਵੀ ਉਹ ਗੁਣਾਂ ਦਾ ਵਾਸਾ ਹੁੰਦਾ ਹੈ। ਉਹਦਾ ਸੁਭਾਅ, ਉਹਦਾ ਰਹਿਣ ਦਾ ਢੰਗ, ਉਹਦੇ ਵਿਚਰਨ ਦਾ ਢੰਗ, ਇਹ ਸਾਰਾ ਉਸ ਪਰਮੇਸ਼ਰ ਦੇ ਅਨੁਸਾਰ ਹੀ ਹੋ ਜਾਂਦਾ ਹੈ। ਇਹਦੇ ਕਰਕੇ ਉਹ ਸੁਰ ਨੂੰ, ਵੈਰੀਆਂ ਨੂੰ ਮਾਰ ਲੈਂਦਾ ਹੈ। ਫਿਰ ਵੈਰੀ ਉਸ ਤੇ ਹਾਵੀ ਨਹੀਂ ਹੁੰਦੇ। ਜਿਹੜੇ ਵੈਰੀ ਉਹਨੂੰ ਬੜਾ ਤੰਗ ਕਰਦੇ ਸੀ, ਉਹ ਹੁਣ ਉਹਦੇ ਅੱਗੇ ਤਰਲੇ ਕਰਨ ਲੱਗ ਪੈਂਦੇ ਹਨ।
ਜਿਹੜੀਆਂ ਗੱਲਾਂ ਦੀ ਬੜੀ ਚਿੰਤਾ ਸੀ ਉਹ ਚਿੰਤਾ ਮੁੱਕ ਜਾਂਦੀ ਹੈ। ਅੰਦਰਲੇ ਜਿਹੜੇ ਇੰਦਰੇ ਹਨ ਤੇ ਬਾਹਰਲੇ ਇੰਦਰੇ ਹਨ, ਜਾਂ ਗਿਆਨ ਇੰਦਰੇ ਤੇ ਕਰਮ ਇੰਦਰੇ, ਜਿਹੜੇ ਪਹਿਲਾਂ ਉਸ ਨੂੰ ਭੈੜੇ ਪਾਸੇ ਲੈ ਕੇ ਜਾਂਦੇ ਸਨ, ਹੁਣ ਅੰਤਰਮੁਖੀ ਹੋ ਕੇ ਗੁਰੂ ਵਾਲੇ ਪਾਸੇ ਜੁੜ ਜਾਂਦੇ ਹਨ। ਕਿਉਂ? ਕਿਉਂਕਿ ਗੁਰੂ ਦੀ ਸ਼ਰਨ ਮਿਲ ਗਈ, ਗੁਰੂ ਸਾਰੀ ਸੁਭਾਅ ਬਣ ਗਿਆ, ਗਿਆਨ ਆਇਆ। ਗੁਰੂ ਨੇ ਦਿੱਤਾ ਗਿਆਨ, ਗੁਰੂ ਨੇ ਦਿੱਤੀ ਜੀਵਨ ਦੀ ਜਾਂਚ, ਗੁਰੂ ਨੇ ਦੱਸਿਆ ਜੀਵਨ ਦਾ ਮਾਰਗ, ਗੁਰੂ ਨੇ ਦੱਸਿਆ ਜੀਵਨ ਦਾ ਢੰਗ। ਗੁਰੂ ਦੱਸਦਾ ਹੈ, ਗੁਰੂ ਨੇ ਸਮਝਾ ਦਿੱਤਾ। ਬੜਾ ਪਿਆਰਾ ਬੋਲ ਗੁਰੂ ਅਰਜਨ ਦੇਵ ਪਾਤਸ਼ਾਹ ਲਿਖਦੇ ਨੇ, ਕਹਿੰਦੇ ਨੇ, ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ, ਸਹਿਜ ਸੈਨਿਅਰ ਸੂਖਮਨ ਨਾਰੀ, ਊਦ ਕਮਲ ਬਿਗਸਿਆ। ਹਿਰਦੇ ਦਾ ਕਮਲ ਰੂਪੀ ਪੁੱਠਾ ਹੋਇਆ ਫੁੱਲ ਹੁਣ ਖਿੜ ਗਿਆ ਹੈ, ਆਨੰਦ ਬਣ ਗਿਆ। ਕਹਿੰਦੇ, ਮੈਂ ਤਾਂ ਦੇਖੋ ਦੁਨੀਆ ਦੇ ਲੋਕੋ, ਸੁਣੋ, ਹੈਰਾਨ ਨਹੀਂ ਕਰਨ ਵਾਲਾ ਕੌਤਕ ਵਰਤ ਗਿਆ, ਹੈਰਾਨ ਕਰ ਦੇਣ ਵਾਲਾ। ਦੇਖੋ ਅਚਰਜ ਪਿਆ। ਕਿਹੜੀ ਕੀ ਅਚਰਜ ਪੈ ਗਿਆ? ਜਿਸ ठाकुर को सुनत अगाध बोध, सो हृदय गुर दिया। सुनते ਸੀ ਵੀ ਰੱਬ ਪਹੁੰਚ ਤੋਂ ਪਰੇ ਹੈ, ਸੋਚ ਮੰਡਲ ਤੋਂ ਬਾਹਰ ਹੈ, ਉਹ ਤਾਂ ਮੈਨੂੰ ਗੁਰੂ ਨੇ ਅੰਦਰ ਦਿਖਾ ਦਿੱਤਾ ਹੈ। ਹੁਣ ਮੈਨੂੰ ਬਾਹਰ ਜਾਣ ਦੀ ਲੋੜ ਨਹੀਂ। ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੇ ਮਨ ਭਿਓ ਪੰਗ। ਪਿੰਗਲਾ ਹੋ ਗਿਆ, ਹੁਣ ਚਿੱਤ ਤੁਰਦਾ ਹੀ ਨਹੀਂ, ਕਿਸੇ ਹੋਰ ਪਾਸੇ ਜਾਂਦਾ ਹੀ ਨਹੀਂ। ਗੁਰੂ ਦਾ ਗਿਆਨ ਬਖਸ਼ਿਆ, ਚਾਨਣ ਹੋ ਗਈ ਹੈ, ਰੋਸ਼ਨੀ ਹੋ ਗਿਆ। ਜਿਹੜੇ ਇਹ ਵਿਕਾਰ ਇੰਦਰੇ ਮੈਨੂੰ ਬਹੁਤ ਤੰਗ ਕਰਦੇ ਸਨ, ਜੋ ਇਹ ਦੂਤ ਮੋਹੇ ਬਹੁਤ ਸੰਤਾਵਤ, ਤੇ ਭਿਆਨਕ ਭਿਆ, ਕਰੇ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸ਼ਰਨਿਆ। ਹੁਣ ਮੇਰੇ ਅੱਗੇ ਤਰਲੇ ਕਰਨ ਲੱਗ ਪਏ। ਕਿਉਂ? ਗੁਰੂ ਦਾ ਗਿਆਨ ਆ ਗਿਆ। ਜਦੋਂ ਗੁਰੂ ਦਾ ਗਿਆਨ ਆਉਂਦਾ ਹੈ, ਉਸ ਵਕਤ ਨਿਰਮਲ ਸੋਚ ਬਣ ਜਾਂਦੀ ਹੈ, ਵਿਚਾਰ ਚੰਗੇ ਬਣ ਜਾਂਦੇ ਹਨ। ਨਾਮ ਅੰਮ੍ਰਿਤ ਦੇ ਨਾਲ ਅੰਦਰ ਪੂਰੀ ਤਰ੍ਹਾਂ ਭਿੱਜਦਾ ਹੈ। ਪਰ ਇਹ ਹੁਨਰ ਦਾ ਭੇਦ ਕਿ ਗੁਰੂ ਦੇ ਪਾਸੋਂ ਮਿਲਦਾ ਹੈ, ਗੁਰੂ ਦੇ ਗਿਆਨ ਤੋਂ ਬਿਨਾਂ ਨਹੀਂ ਮਿਲਦਾ। ਇਹ ਭੇਦ ਹਰ ਕੋਈ ਨਹੀਂ ਜਾਣ ਸਕਦਾ। ਭਗਤ ਬਿਨਾ ਸਹਿਸਾ ਨਹੀਂ ਚੂਕੇ, ਗੁਰ ਇਹ ਭੇਦ ਬਤਾਵੇ। ਭੇਦ ਕੌਣ ਬਤਾਉਂਦਾ? ਗੁਰੂ। ਬੰਦਗੀ ਤੋਂ ਬਿਨਾ ਬੰਦੀਆਂ ਭਟਕਣਾ ਨਹੀਂ ਮੁੱਕਦੀਆਂ, ਇਹ ਗੱਲ ਗੁਰੂ ਦੱਸਦਾ। ਜਦੋਂ ਇਹ ਸਮਝ ਆ ਗਈ, ਇਹ ਭੇਦ ਸਮਝ ਆ ਗਿਆ, ਫਿਰ ਸੁਰਤ ਉਸ ਅਕਾਲ ਮੰਡਲ ਦੇ ਨਾਲ ਜੁੜ ਗਈ, ਅਭੇਦ ਹੋ ਗਿਆ। ਉਪਜੈ ਗਿਆਨ ਦੁਰਮਤ ਛੀਜੈ। ਉਪਜੈ ਗਿਆਨ, ਗਿਆਨ ਹੋਇਆ, ਦੁਰਮਤ ਭੈੜੀ ਮਤ ਅਸੁਰ, ਛੀਜੇ ਛਿਜ ਗਈ, ਭਾਵ ਪਾਟ ਗਈ। ਕੱਪੜਾ ਅਸੀਂ ਦੇਖਦੇ ਹਾਂ ਨਾ, ਕਹਿੰਦੇ ਕੱਪੜਾ ਛਿਜ ਗਿਆ। ਛਿਜ ਕੀ ਗਿਆ? ਖਰਾਬ ਹੋ ਗਿਆ, ਖਤਮ ਹੋ ਗਿਆ। ਛਿਜਿਆ ਹੋਇਆ ਕੱਪੜਾ ਪਾਇਆ ਨਹੀਂ ਜਾਂਦਾ, ਪਹਿਨਿਆ ਨਹੀਂ ਜਾਂਦਾ। ਜਦੋਂ ਗੁਰੂ ਦਾ ਗਿਆਨ ਪੈਦਾ ਹੁੰਦਾ ਹੈ, ਦੁਰਮਤ ਛਿਜ ਜਾਂਦੀ ਹੈ। ਅੰਮ੍ਰਿਤ ਵੀ ਨਾਮ ਦਾ ਰਸ ਇਸ ਗਗਨੰਤਰ ਦੇ ਵਿੱਚ ਲਗਾਤਾਰ ਚੱਲਦਾ ਹੈ, ਭਿੱਜ ਜਾਂਦਾ ਹੈ ਮਨ ਦੇ ਵਿੱਚ। ਪਰ ਇਸ ਭੇਦ ਕਲਾ ਦਾ ਭੇਦ ਕੌਣ ਜਾਣਦਾ ਹੈ? ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ। ਭਗਤ ਬੇਣੀ ਜੀ ਨੇ ਰਾਮਕਲੀ ਰਾਗ ਦਾ ਇੱਕ ਸ਼ਬਦ ਵਿੱਚ ਇਹੋ ਵਿਚਾਰ ਦਿੱਤੇ, ਕਹਿਣ ਲੱਗੇ, ਉਪਜੈ ਗਿਆਨ ਦੁਰਮਤ ਛੀਜੈ।
ਅੰਮ੍ਰਿਤ ਰਸ ਗਗਨੰਤਰ ਭੀਜੈ। ਗਗਨੰਤਰ ਜਿਹਨੂੰ ਅਸੀਂ ਦਸਵਾਂ ਦੁਆਰਾ ਕਹਿ ਦਿੰਦੇ ਹਾਂ। ਇਸ ਕਲਾ ਕਾ ਜੋ ਜਾਣੇ ਭਿਓ, ਭੇਟੇ ਤਾਸ ਪਰਮ ਗੁਰਦੇਵ। ਜਿਹੜਾ ਇਸ ਕਲਾ ਦਾ ਭੇਦ ਜਾਣ ਲੈਂਦਾ ਹੈ, ਉਹਨੂੰ ਗੁਰਦੇਵ ਦਾ ਮਿਲਾਪ ਹੁੰਦਾ ਹੈ। ਪਰ ਗੁਰੂ ਇਹ ਗੱਲ ਦ੍ਰਿੜ ਕਰਾਉਂਦਾ ਹੈ, ਗੁਰੂ ਇਹ ਗੱਲ ਦੱਸਦਾ ਹੈ, ਜਦੋਂ ਗਿਆਨ ਦਾ ਸੂਰਜ ਚੜ੍ਹਿਆ, ਜਗ ਪਿਆ, ਉਦੋਂ ਅੰਦਰੋਂ ਇਹ ਸੁਰ ਜਿਹੜੇ ਸੀ, ਵੈਰੀ ਜਿਹੜੇ ਸਨ, ਦੌੜ ਗਏ। ਆਪਾਂ ਆਮ ਦੇਖਦੇ ਹਾਂ ਕਿ ਜਿਸ ਘਰ ਵਿੱਚ ਦੀਵਾ ਜਗ ਪਵੇ, ਉੱਥੇ ਹਨੇਰਾ ਦੂਰ ਹੋ ਜਾਂਦਾ ਹੈ। ਬਿਲਕੁਲ ਉਸੇ ਤਰ੍ਹਾਂ ਹੀ ਜਿਸ ਹਿਰਦੇ ਰੂਪੀ ਘਰ ਵਿੱਚ ਨਿਰਭਉ ਪ੍ਰਭੂ ਦਾ ਪਵਿੱਤਰ ਗਿਆਨ ਦਾ ਦੀਵਾ ਜਗ ਪਵੇ, ਉੱਥੇ ਭਟਕਣਾ ਮੁੱਕ ਜਾਂਦੀ ਹੈ। ਲਾਈਟ ਔਨ ਕਰੀਏ, ਰੋਸ਼ਨੀ ਹੁੰਦੀ ਹੈ, ਹਨੇਰਾ ਦੂਰ ਹੋ ਜਾਂਦਾ ਹੈ। ਜਦੋਂ ਹਿਰਦੇ ਰੂਪੀ ਘਰ ਵਿੱਚ ਪਰਮੇਸ਼ਰ ਦੇ ਨਿਰਮਲ ਭਉ ਦਾ, ਪਵਿੱਤਰ ਭਉ ਦਾ, ਪਵਿੱਤਰ ਗਿਆਨ ਦਾ ਦੀਵਾ ਜਗ ਪੈਂਦਾ ਹੈ, ਉਦੋਂ ਇਸ ਮਨ ਦੀ ਭਟਕਣਾ ਵੀ ਦੂਰ ਹੋ ਜਾਂਦੀ ਹੈ। ਸੁਰ ਸੰਘਾਰੇ ਜਿਹੜੇ ਕਾਮਦੇਵ ਵੈਰੀ ਹਨ, ਇਹ ਸਾਰੇ ਦੂਰ ਹੋ ਜਾਂਦੇ ਹਨ। ਗੁਰੂ ਪਾਤਸ਼ਾਹ ਜੀ ਨੇ ਅੱਜ ਦੀ ਇਸ ਪੌੜੀ ਦਾ ਜੋ ਆਰੰਭ ਕੀਤਾ, ਉਗਵੈ ਸੂਰ ਅਸੁਰ ਸੰਘਾਰੇ। ਫਿਰ ਜਦੋਂ ਭਟਕਣਾ ਮਿਟਦੀ ਹੈ, ਇਹ ਗਿਆਨ ਦਾ ਸੂਰਜ ਜਦੋਂ ਚੜ੍ਹਦਾ ਹੈ, ਉਦੋਂ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਤੇ ਭਟਕਣਾ ਬਿਲਕੁਲ ਮੁੱਕ ਜਾਂਦੀ ਹੈ। ਫਿਰ ਉਹ ਤੀਰਥ, ਫਿਰ ਵਰਤ, ਫਿਰ ਸੁੱਚ, ਫਿਰ ਸੰਜਮ, ਹੋਰ ਧਰਮ ਦੇ ਨਾਂ ਤੇ ਕੀਤੇ ਜਾ ਰਹੇ ਜੋ ਕਰਮ ਕਾਂਡ ਹਨ, ਇਹਨਾਂ ਤੋਂ ਇਨਸਾਨ ਨਿਸ਼ਕਾਮ ਹੋ ਜਾਂਦਾ, ਬਰੀ ਹੋ ਜਾਂਦਾ, ਮੁਕਤ ਹੋ ਜਾਂਦਾ ਹੈ। ਇਹ ਸੁਰ ਹਨ ਜਿਹੜੇ ਧਰਮ ਦੇ ਨਾਂ ਤੇ ਅਸੀਂ ਕਰਦੇ ਹਾਂ, ਇਹ ਵੀ ਤਾਂ ਰੁਕਾਵਟਾਂ ਹਨ। ਜਿਸ ਕਰਮ ਵਿੱਚੋਂ ਧਰਮ ਦਾ ਜਨਮ ਹੀ ਨਹੀਂ ਹੋਣਾ, ਉਸ ਕਰਮ ਕਰਨ ਦਾ ਲਾਭ ਕੀ ਹੈ? ਇਹ ਵੀ ਰੁਕਾਵਟ ਹੈ ਸਾਡੇ ਜੀਵਨ ਦੇ ਵਿੱਚ। ਤਾਂ ਗੁਰੂ ਸਾਹਿਬ ਜੀ ਜਿਹੜੀ ਗੱਲ ਸਮਝਾਉਂਦੇ ਨੇ ਵੀ ਜਦੋਂ ਇਹ ਗਿਆਨ ਦਾ ਦੀਪਕ ਚੜ ਜਾਂਦਾ ਹੈ, ਕਰਮ ਕਾਂਡਾਂ ਤੋਂ ਛੁਟਕਾਰਾ ਹੋ ਜਾਂਦਾ ਹੈ, ਉਸ ਗੁਰੂ ਦੇ ਬਖਸ਼ੇ ਹੋਏ ਗਿਆਨ ਦੀ ਸਭ ਬਰਕਤ ਨਾਲ ਇਹ ਗੱਲ ਸਮਝ ਆ ਜਾਂਦੀ ਹੈ ਕਿ ਅਜਿਹੇ ਕਰਮ ਕਾਂਡਾਂ ਵਿੱਚ ਧਰਮ ਦੀ ਪ੍ਰਾਪਤੀ ਨਹੀਂ, ਇਹ ਤਾਂ ਨਿਰਾਸ਼ ਆਪਣੇ ਸਮੇਂ ਦੀ ਜ਼ਿੰਦਗੀ ਦੀ ਵੇਸਟੇਜ ਹੈ, ਸਮਾਂ ਬਰਬਾਦ ਕਰਨ ਵਾਲੀ ਬਾਤ ਹੈ। ਹੁਣ ਜਦੋਂ ਇਹ ਗੱਲ ਗਿਆਨ ਆਏਗਾ ਤਾਂ ਹੀ ਹੈ ਨਾ। ਜਿਹ ਮੰਦਰ ਦੀਪਕ ਪ੍ਰਗਾਸਿਆ, ਅੰਧਕਾਰ ਤਹਿ ਨਾਸਾ। ਜਿਸ ਘਰ ਵਿੱਚ ਦੀਵਾ ਜਗ ਪਵੇ, ਉੱਥੋਂ ਹਨੇਰਾ ਦੂਰ ਹੋ ਜਾਂਦਾ। ਜਿਸ ਹਿਰਦੇ ਦੇ ਘਰ ਵਿੱਚ ਗੁਰੂ ਦੇ ਗਿਆਨ ਦਾ ਦੀਵਾ ਜਗ ਪਵੇ, ਉੱਥੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਨਿਰਭਉ ਪੂਰ ਰਹੇ ਭ੍ਰਮ ਭਾਗਾ, ਕਹੈ ਕਬੀਰ ਜਨ ਦਾਸਾ। ਕਬੀਰ ਜੀ ਦਾ ਬੋਲ ਹੈ ਕੇਦਾਰਾ ਰਾਗ ਵਿੱਚ। ਸਤਿਗੁਰੂ ਜੀ ਕਹਿੰਦੇ ਜਦੋਂ ਇਸ ਤਰ੍ਹਾਂ ਗਿਆਨ ਦਾ ਦੀਵਾ ਜਗਦਾ ਹੈ, ਫਿਰ ਭਰਮ ਦੇ ਕੋਈ ਥਾਂ ਨਹੀਂ। ਦੇਖੋ ਭਾਈ, ਗਿਆਨ ਕੀ ਆਈ ਆਂधी। ਭਗਤ ਕਬੀਰ ਜੀ ਕਹਿੰਦੇ ਸਭੇ ਉਡਾਨੀ ਭ੍ਰਮ ਕੀ ਟਾਟੀ, ਰਹੀ ਨ ਮਾਇਆ ਬਾਕੀ। ਸਾਰੀ ਭਰਮ ਦੀਆਂ ਭਟਕੜਾਂ ਦੁੱਖ ਗਈਆਂ, ਮੁੜ ਗਈਆਂ, ਦੂਰ ਹੋ ਗਈਆਂ, ਖਤਮ ਹੋ ਗਈਆਂ, ਉੱਡ ਗਈਆਂ। ਇਹ ਜਿਹੜੀ ਭੁਲੇਖਿਆਂ ਦੀ ਛੱਲ ਬਣੀ ਸੀ, ਇਹਦੇ ਸ਼ਤੀਰ ਟੁੱਟ ਗਏ, ਇਹਦੀਆਂ ਥੰਮੀਆਂ ਡਿੱਗ ਪਈਆਂ। ਤੇ ਇਸ ਗੁਰੂ ਦੇ ਬਖਸ਼ੇ ਹੋਏ ਗਿਆਨ ਤੋਂ ਬਾਅਦ ਫਿਰ ਇੱਕ ਅੰਮ੍ਰਿਤ ਦੀ ਵਰਖਾ ਹੋਈ। ਉਸ ਅੰਮ੍ਰਿਤ ਦੀ ਵਰਖਾ ਵਿੱਚ ਜਦੋਂ ਮਨ ਭਿੱਜ ਗਿਆ, ਫਿਰ ਉਹ ਬੋਲ ਉੱਠਦਾ, ਉੱਚੋ ਦੇਖ ਸ਼ਬਦ ਵਿਚਾਰੇ। ਫਿਰ ਬੋਲਦਾ ਕੀ ਹੈ?
ਜੀਵਨ ਦੀ ਖੇਡ ਖੇਡਦੇ ਆ ਅਸੀਂ ਰੋਜ਼ ਇੱਕ ਗੱਲ ਵੇਖਦੇ ਆ, ਇਹ ਖੇਡ ਖੇਡਦਿਆਂ ਹੋਇਆ ਇੱਕ ਰੋਜ਼ ਇੱਕ ਗੱਲ ਵੇਖਦੇ ਆ ਕਿ ਮਾਇਕ ਪਦਾਰਥਾਂ ਦਾ ਮੋਹ ਜਿਹੜਾ ਹੈ, ਬਹੁਤ ਬਲਵਾਨ ਹੈ। ਦੁਨੀਆ ਦੀਆਂ ਖਿੱਚ ਜਿਹੜੀ ਹੈ ਹਮੇਸ਼ਾ ਹੀ ਮਨੁੱਖ ਨੂੰ ਆਪਣੇ ਪਾਸੇ ਲਾਈ ਰੱਖਦੀ ਹੈ। ਮਾਇਆ ਇੰਨੀ ਤਗੜੀ ਹੈ, ਜਿਹਨੂੰ ਅਸੀਂ ਧੋਖਾ ਦੇਣ ਦਾ ਯਤਨ ਵੀ ਕਰੀਏ, ਇਹ ਧੋਖਾ ਹੀ ਨਹੀਂ ਖਾਂਦੀ, ਛਲੀ ਨਹੀਂ ਜਾ ਸਕਦੀ। ਇਸ ਨੂੰ ਧੋਖਾ ਦਿੱਤਾ ਨਹੀਂ ਜਾ ਸਕਦਾ, ਇਹਨੂੰ ਛਲਿਆ ਨਹੀਂ ਜਾ ਸਕਦਾ, ਤੇ ਨਾ ਹੀ ਕੋਈ ਹਥਿਆਰ ਇਹੋ ਜਿਹਾ ਬਣਿਆ ਜਿਹਦੇ ਨਾਲ ਇਹਨੂੰ ਜ਼ਖਮੀ ਕੀਤਾ ਜਾ ਸਕੇ। ਇਹ ਭਟਕਣਾ ਇਹੋ ਜਿਹੀਆਂ ਹਨ, ਕੋਈ ਇਹੋ ਜਿਹਾ ਹਥਿਆਰ ਵੀ ਨਹੀਂ ਬਣਿਆ ਜਿਨ੍ਹਾਂ ਨਾਲ ਇਹਨਾਂ ਨੂੰ ਮੁਕਾਇਆ ਜਾ ਸਕਦੇ। ਇਹ ਤਾਂ ਐਸੀ ਨਾਗਨੀ ਹੈ ਜਿਹਦੇ ਅੱਗੇ ਹਰ ਮਨੁੱਖ ਦਾ ਜਿਹੜਾ ਜਿੰਦ ਹੈ, ਲੋਭੀ ਲਾਲਚੀ ਮਨੁੱਖ ਦੀ ਜਿੰਦ ਡੋਲ ਜਾਂਦੀ ਹੈ। ਇੱਕ ਐਸੀ ਚੀਜ਼ ਹੈ ਰੱਬ ਨੇ ਬਣਾਈ ਇਹੋ ਜਿਹੀ, ਪਰ ਗੁਰੂ ਦੇ ਗਿਆਨ ਤੋਂ ਬਿਨਾ, ਗੁਰੂ ਦੀ ਯਾਦ ਤੋਂ ਬਿਨਾ ਆਤਮਿਕ ਜੀਵਨ ਦਾ ਦੀਵਾ ਬਲਿਆ ਹੀ ਨਹੀਂ। ਜੇ ਆਤਮਿਕ ਜੀਵਨ ਦਾ ਦੀਵਾ ਬਲਿਆ ਹੀ ਨਹੀਂ, ਤਾਂ ਫਿਰ ਇਹ ਮਾਇਆ ਦੇ ਮੋਹ ਦੀ ਹਨੇਰੀ ਤੇ ਜਿੰਦ ਨੂੰ ਵੀ ਇੱਕ ਥਾਂ ਤੇ ਅਡੋਲ ਨਹੀਂ ਰਹਿ ਦਿੰਦੀ। ਮਨੁੱਖ ਡੋਲਦਾ ਹੈ। ਜੇ ਗੁਰੂ ਦੀ ਸਿੱਖਿਆ ਮਿਲ ਜਾਏ, ਗੁਰੂ ਦੀ ਸਿੱਖਿਆ ਰੂਪੀ ਤੇਲ ਹੋਵੇ, ਪ੍ਰਭੂ ਦਾ ਭੈ ਹੋਵੇ, ਤੇ ਇਸ ਸਰੀਰ ਰੂਪੀ ਦੀਵੇ 'ਚ ਬੱਤੀ ਹੋਵੇ ਪ੍ਰਭੂ ਦੇ ਭੈ ਦੀ, ਤੇ ਪ੍ਰਭੂ ਨਾਲ ਡੂੰਘੀ ਪ੍ਰੇਮ ਦੀ ਸਾਂਝ ਦੀ ਅੱਗ ਜਿਹੜੀ ਆ ਬਾਲੀ ਜਾਵੇ, ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਉਸ ਵਿੱਚੋਂ ਜੋ ਗਿਆਨ ਪੈਦਾ ਹੁੰਦਾ, ਜੋ ਰੋਸ਼ਨੀ ਪੈਦਾ ਹੁੰਦੀ ਹੈ, ਉਹਦੀ ਬਰਕਤ ਦੇ ਨਾਲ ਜੀਵਨ ਦਾ ਦੀਵਾ ਬਲ ਜਾਂਦਾ ਹੈ। ਫਿਰ ਜੀਵਨ ਵਿੱਚ ਰੋਸ਼ਨੀ ਬਣ ਜਾਂਦੀ ਹੈ। ਬੜਾ ਪਿਆਰਾ ਜਿਹਾ ਇੱਕ ਬੋਲ ਲਿਖਿਆ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ, ਕਹਿੰਦੇ ਨੇ ਅਛਲ ਛਲਾਈ ਨਾ ਛਲੇ, ਨਾ ਘਾਓ ਕਟਾਰਾ ਕਰ ਸਕੈ, ਜੋ ਸਾਹਿਬ ਰਾਖੇ ਤਿਉ ਰਹੇ, ਇਸ ਲੋਭੀ ਕਾ ਜਿਉ ਟਲ ਪਲੈ, ਬਿਨ ਤੇਲ ਦੀਵਾ ਕਿਉਂ ਜਲਿਆ। ਕਿਵੇਂ ਜਲੇਗਾ? ਕਹਿੰਦੇ ਹਾਂ, ਪੋਥੀ ਪ੍ਰਾਨ ਕਮਾਈਐ, ਭਉ ਵੱਟੀ ਇਹ ਤਨ ਪਾਈਐ, ਸਚ ਬੂਝਨ ਆਨ ਜਲਾਈਐ, ਇਹ ਤੇਲ ਦੀਵਾ ਇਉਂ ਜਲੇ, ਕਰ ਚਾਨਣ ਸਾਹਿਬ ਤੋਂ ਮਿਲੇ। ਰੋਸ਼ਨੀ ਤਾਂ ਕਰ ਗੁਰੂ ਦੇ ਗਿਆਨ ਦੀ, ਸਾਹਿਬ ਤਾਂ ਮਿਲ ਜਾਏਗਾ। ਹੁਣ ਜਦੋਂ ਇਹ ਖਿਆਲ ਬਣ ਗਿਆ, ਇਹ ਵਿਚਾਰ ਬਣ ਗਿਆ, ਅੰਦਰ ਗਿਆਨ ਪੈਦਾ ਹੋ ਗਿਆ, ਇਹ ਪਾਂਡੇ ਫਿਰ ਤੇਰੀ ਸੋਚ ਕਿਹੋ ਜਿਹੀ ਹੈ? ਫਿਰ ਸਤਿਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ, ਉੱਚੋਂ ਦੇਖ ਸ਼ਬਦ ਵਿਚਾਰੇ, ਸ਼ਬਦ ਦੀ ਵਿਚਾਰ ਨਾਲ, ਸ਼ਬਦ ਵਿਚਾਰੇ ਦੱਦੇ ਨੂੰ ਸਿਹਾਰੀ, ਸ਼ਬਦ ਦੀ ਵਿਚਾਰ ਸਦਕਾ ਕੀ ਹੁੰਦਾ ਹੈ? ਉੱਚੋ ਸਭ ਤੋਂ ਵੱਡਾ, ਇਹ ਸਮਝ ਆ ਜਾਂਦੀ ਹੈ। ਸਭ ਤੋਂ ਉੱਚਾ ਪਰਮੇਸ਼ਰ, ਸਭ ਤੋਂ ਉੱਚਾ ਮਾਲਕ ਹਰੀ। ਉੱਚੋ ਦੇਖ ਸ਼ਬਦ ਵਿਚਾਰੇ, ਵੀ ਜਦੋਂ ਗੁਰੂ ਦੇ ਗਿਆਨ ਦਾ ਦੀਵਾ ਬਲਦਾ ਹੈ, ਫਿਰ ਸਤਿਗੁਰ ਦੇ ਸ਼ਬਦ ਦੀ ਬਰਕਤ, ਸਤਿਗੁਰ ਦੇ ਸ਼ਬਦ ਦੀ ਵਿਚਾਰ ਦੀ ਬਰਕਤ ਨਾਲ ਪਰਮ ਪੁਰਖ ਪਰਮੇਸ਼ਰ ਦਾ ਦੀਦਾਰ ਹੁੰਦਾ ਹੈ, ਤੇ ਫਿਰ ਇਹ ਸਮਝ ਆ ਜਾਂਦੀ ਹੈ ਕਿ ਉਹ ਮਨੁੱਖ ਹੀ ਸਭ ਤੋਂ ਉੱਚਾ ਹੈ, ਸਭ ਤੋਂ ਵੱਡਾ ਹੈ। ਉਹ ਪਰਮੇਸ਼ਰ ਹੀ ਸਭ ਤੋਂ ਵੱਡਾ ਹੈ, ਸਭ ਤੋਂ ਉੱਚਾ ਹੈ। ਕਦੋਂ ਸਮਝ ਆਉਂਦੀ ਹੈ? ਜਦੋਂ ਗੁਰੂ ਦੇ ਗਿਆਨ ਦਾ ਦੀਵਾ ਬਲਦਾ ਹੈ। ਫਿਰ ਮਨੁੱਖ ਆਪਣੇ ਆਪ ਨੂੰ ਵੱਡਾ ਨਹੀਂ ਕਹਿੰਦਾ, ਉਹਨੂੰ ਸਮਝ ਆਉਂਦੀ ਹੈ ਸ਼ਬਦ ਦੀ ਵਿਚਾਰ ਦੇ ਨਾਲ। ਤੇ ਨਾਲ ਅਗਲੀ ਗੱਲ, ਉਪਰ ਆਦ ਅੰਤ ਤਹਿ ਲੋਏ, ਉਪਰ ਆਦ ਅੰਤ ਤਹਿ ਲੋਏ, ਆਪੇ ਕਰੈ ਕਥੈ ਸੁਣੈ ਸੋਏ। ਆਦ ਅੰਤ ਦਾ ਅਰਥ ਹੈ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੁਨੀਆ ਦੇ
ਬਣਨ ਤੋਂ ਦੁਨੀਆ ਦੇ ਖਤਮ ਹੋਣ ਤੱਕ, ਆਦ ਅੰਤ, ਜਦ ਤੱਕ ਦੁਨੀਆ ਕਾਇਮ ਹੈ, ਸ਼ੁਰੂ ਤੋਂ ਅੰਤ ਤੱਕ। ਦੇਖ ਲਓ ਤਿੰਨਾਂ ਲੋਕਾਂ ਵਿੱਚ, ਤਿੰਨਾਂ ਭਾਵਨਾ ਵਿੱਚ, ਸਾਰੇ ਸੰਸਾਰ 'ਚ, ਭਾਵ ਸਾਰੇ ਸੰਸਾਰ ਵਿੱਚ ਗੁਰੂ ਦੇ ਗਿਆਨ ਦੇ ਦੀਪਕ ਬਲਣ ਦੇ ਨਾਲ ਇਹ ਗੱਲ ਸਮਝ ਆ ਜਾਂਦੀ ਹੈ ਕਿ ਜਦੋਂ ਤੱਕ ਸ੍ਰਿਸ਼ਟੀ ਕਾਇਮ ਹੈ, ਜਦੋਂ ਤੋਂ ਬਣੀ ਹੈ, ਜਦ ਤੱਕ ਇਹ ਕਾਇਮ ਹੈ, ਉਹ ਪਰਮੇਸ਼ਰ ਹੀ ਸਾਰੇ ਸੰਸਾਰ ਵਿੱਚ ਆਪ ਹੀ ਸਭ ਦਾ ਰਾਖਾ ਹੈ। ਆਦ ਅੰਤ, ਉੱਪਰ, ਸਭ ਦੇ ਉੱਪਰ, ਸਭ ਦੇ ਸਿਰ ਉੱਤੇ ਕੀ ਕਰਦਾ? ਰਖਵਾਲੀ ਕਰਦਾ ਹੈ, ਉਹ ਰਾਖੀ ਕਰਦਾ ਹੈ। ਕਦੋਂ ਤੋਂ? ਆਪ ਤੋਂ ਲੈ ਕਦੋਂ ਤੱਕ? ਅੰਤ ਤੱਕ। ਕੋਈ ਹੋਰ ਸ਼ਕਤੀ ਨਹੀਂ, ਕੋਈ ਹੋਰ ਤਾਕਤ ਨਹੀਂ ਜਿਹੜੀ ਆਪ ਤੋਂ ਅੰਤ ਤੱਕ ਤੋੜ ਨਿਭ ਸਕਦੀ ਹੋਵੇ। ਮਨੁੱਖਾਂ ਦਾ ਸਾਥ ਤਾਂ ਥੋੜ੍ਹਾ ਚਿਰ ਹੀ ਹੁੰਦਾ ਹੈ। ਜਿਨ੍ਹਾਂ ਦੀਆਂ ਮੂਰਤੀਆਂ ਨੂੰ ਪੂਜਦੇ ਹਾਂ ਉਹ ਵੀ ਸੰਸਾਰ ਤੇ ਆਏ, ਸੰਸਾਰ ਤੋਂ ਚਲੇ ਗਏ। ਜਿਨ੍ਹਾਂ ਦੀਆਂ ਮੂਰਤੀਆਂ ਘੜ ਕੇ ਟਿਕਾ ਕੇ ਉਹਨਾਂ ਦੀਆਂ ਪ੍ਰਕਰਮਾਂ ਕਰਦੇ ਆ, ਉਹ ਵੀ ਸੰਸਾਰ ਤੋਂ ਆਏ, ਸੰਸਾਰ ਤੋਂ ਚਲੇ ਗਏ। ਉਹ ਭੋਲਿਆ ਪੰਡਿਆ, ਇਹਨਾਂ ਨੂੰ ਪੂਜਣ ਦਾ ਕੀ ਲਾਭ ਹੈ? ਤੂੰ ਗਿਆਨ ਦਾ ਦੀਵਾ ਬਾਲ, ਤੈਨੂੰ ਸਮਝ ਆਵੇ ਉੱਪਰ ਆਦ ਅੰਤ ਤੇ ਲੋਏ, ਵੀ ਆਦ ਤੋਂ ਲੈ ਕੇ ਅੰਤ ਤੱਕ, ਅਖੀਰ ਤੱਕ ਕੇਵਲ ਇੱਕ ਪਰਮੇਸ਼ਰ ਹੀ ਸਾਰਿਆਂ ਦੇ ਉੱਤੇ ਰਾਖੀ ਕਰਨ ਵਾਲਾ ਹੈ। ਕੇਵਲ ਪਰਮੇਸ਼ਰ ਆਪ, ਹੋਰ ਕੋਈ ਤਾਕਤ, ਕੋਈ ਸ਼ਕਤੀ ਨਹੀਂ ਜਿਹੜੀ ਇਹ ਕਰ ਸਕਦੀ ਹੋਵੇ। ਫਿਰ ਸਮਝ ਆ ਜਾਂਦੀ ਹੈ, ਮੇਰਾ ਮਾਤਾ, ਮੇਰਾ ਪਿਤਾ, ਮੇਰਾ ਹਰ ਰਾਇਆ ਤੂੰ ਆਪ ਹੈ, ਮੇਰਾ ਰਾਖਾ ਉਹ ਹੈ। ਇਹ ਗੱਲ ਕਦੋਂ ਸਮਝ ਆਉਂਦੀ? ਜਦੋਂ ਗਿਆਨ ਦਾ ਦੀਵਾ ਬਲਦਾ। ਨਹੀਂ ਤਾਂ ਬੰਦਾ ਤਾਂ ਆਪਣੀਆਂ ਚਲਾਕੀਆਂ ਨਾਲ ਹੀ ਸਾਰੀ ਜ਼ਿੰਦਗੀ ਜਿਉਂਦਾ ਹੈ। ਪਰ ਜੇ ਗੁਰੂ ਵਾਂਗੂ ਇਹ ਕਵੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭੋ ਕਿਹਾ ਕਾੜਾ ਜੀਓ। ਕਦੋਂ ਕਹਿੰਦਾ ਹੈ? ਜਦੋਂ ਗਿਆਨ ਬਲਦਾ ਹੈ। ਸਾਂਝ ਕਦੋਂ ਬਣਦੀ ਹੈ? ਜਦੋਂ ਗਿਆਨ ਦਾ ਦੀਵਾ ਬਲਦਾ ਹੈ। ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਓੜ, ਤੂੰ ਹੈ ਮੇਰਾ ਮਾਣਾ। ਤੇਰੀ ਕਿਰਪਾ ਹੋਈ ਤੇ ਤੇਰੀ ਪਛਾਣ ਹੋ ਗਈ। ਮੇਰਾ ਆਸਰਾ ਵੀ ਤੂੰ ਹੈ, ਮੇਰਾ ਮਾਨ ਵੀ ਤੂੰ ਹੈ। ਤੇਰੇ ਤੋਂ ਬਿਨਾ ਹੈ ਹੀ ਕੋਈ ਨਹੀਂ, ਹੋਰ ਕੋਈ। ਇਹ ਸਭ ਖੇਡ ਤੇਰੀ ਹੈ, ਸਭ ਤੇਰਾ खेल है। तेरे तो बिना कुछ है ही नहीं है। तू आद अंत है। ये जी जंत सब तेरे पैदा किए हुए ਹਨ। जिथे जिथे तेरा रजा, तिवें तिवें तेरा हुक्म हुंदा है, उथे उथे इन्हां नूं लाया होया है। सब कुछ कीता तेरा होवे। वाहिगुरू सब तेरा ही कीता हो रहा है। ना ही किछ असाड़ा जीओ, साडा तो कुछ है ही नहीं। सब कुछ तेरा कीता हो रहा है। ऊपर आद अंत तै लोए इको ही शक्ति है, इको ही परमेश्वर है। तो गुरु पातशाह जी कहते, हे पांदे एदी पूजा कर, इस परमेश्वर नूं सिमर। किहड़े नूं? जो ऊपर आद अंत तै लोए, आपे करे कथे सुने सोए। करे दा अर्थ है करदा है, कथे दा अर्थ है बोलदा है, सुनदे दा अर्थ है सुनदा है। तो गुरु पातशाह जी कहते, भाई देख, वो सर्व व्यापक है, वो सारा कुछ करनयोग है, कर रहा है, किरत विरत सब संसार दी चलाउंदा है। वो सब जो कुछ बोलता है, जो कुछ सुनता है, सब उन्हें पता है। उदी 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 दित्ती हुई शक्ति नाल है। गुरु दा शब्द ये गल समझा दिंदा है। आपे करे कथै सुने सोए।
ओ विधाता मन तन दे, ओ विधाता मन तन दे, ओ विधाता अर्थ हुंदा पैदा करने वाला, दे दा अर्थ है दिंदा, मन। ਇਹਦੇ ਚ ਦੋ ਪੰਕਤੀਆਂ ਚ ਲਫ਼ਜ਼ ਮਨ ਆਇਆ, ਇੱਕ ਮਨ ਨੰਨੇ ਨੂੰ ਔਂਕੜ ਦੇ ਨਾਲ ਆਇਆ, ਇੱਕ ਮਨ ਨੰਨੇ ਨੂੰ ਸਿਹਾਰੀ ਦੇ ਨਾਲ ਆਇਆ। ਦੋਨਾਂ ਦੇ ਅਰਥ ਭਾਵ ਵਿੱਚ ਵੀ ਫਰਕ ਹੈ, ਉਚਾਰਨ ਇੱਕੋ ਹੀ ਹੈ। ਇੱਕ ਕਿਰਿਆ ਦੇ ਤੌਰ ਤੇ ਕਰਮ ਕਿਰਿਆ ਦੇ ਤੌਰ ਤੇ ਵਰਤਿਆ ਗਿਆ, ਤੇ ਦੂਸਰਾ ਜਿਹੜਾ ਹੈ ਉਹ ਮਨ, ਜਿਹੜਾ ਮਨ ਦੇ ਅੰਦਰ ਦੀ ਲਫ਼ਜ਼ ਜਿਹੜਾ ਵਰਤਿਆ ਗਿਆ। ਤੇ ਦੋਨਾਂ ਦਾ ਫਰਕ ਥੋੜਾ ਜਿਹਾ ਅਰਥ ਭਾਵ ਨੂੰ ਆਪਾਂ ਨੂੰ ਖਿਆਲ ਜਿਹੜਾ ਰੱਖਣਾ ਪਏਗਾ। ਜਿੱਥੇ ਨੰਨੇ ਦੇ ਨਾਲ ਔਂਕੜ ਹੈ, ਇੱਥੇ ਮਨ ਕਰਮ ਕਾਰਕ ਹੈ, ਕਿਰਿਆ ਦੇਹ ਦਾ ਕਰਮ ਹੈ। ਤੇ ਜਿੱਥੇ ਮਨ, ਉੱਥੇ ਹੈ ਮਨ ਵਿੱਚ, ਮਨ ਅੰਦਰ, ਮਨ ਵਿੱਚ ਵਸਦਾ ਹੈ, ਨੰਨੇ ਨੂੰ ਸਿਹਾਰੀ ਨਾਲ ਹੈ। ਤੇ ਉਹ ਵਿਧਾਤਾ ਮਨ ਤਨ ਦੇ, ਵਿਧਾਤਾ ਨੂੰ ਅਰਥ ਹੈ ਪੈਦਾ ਕਰਨ ਵਾਲਾ। ਉਹ ਸਿਰਜਣਹਾਰ ਹੀ ਸਭ ਜੀਆਂ ਨੂੰ ਮਨ ਤੇ ਤਨ, ਜਿੰਦ ਤੇ ਸਰੀਰ ਉਹ ਆਪ ਦਿੰਦਾ ਹੈ। ਲੋ ਜੀ, ਬਿਨਾਂ ਉਹਦੀ ਜਿੰਦ ਤੋਂ ਇਹ ਮਨੁੱਖ ਦੀ ਹੋਂਦ ਨਹੀਂ ਹੈ। ਜਦ ਤੱਕ ਉਹਦੀ ਜਿੰਦ ਇਹਦੇ ਵਿੱਚ ਨਹੀਂ ਟਿਕਦੀ, ਉਦੋਂ ਤੱਕ ਸਵਾਸ ਨਹੀਂ ਚੱਲਦੇ। ਤਨ ਦੀ ਘਾੜਤ ਵੀ ਉਨੀ ਦੇਰ ਤੱਕ ਨਹੀਂ ਘੜੀ ਜਾਂਦੀ ਜਦ ਤੱਕ ਪਹਿਲਾਂ ਜਿੰਦ ਇਹਦੇ ਵਿੱਚ ਨਹੀਂ ਟਿਕਦੀ। ਤਨ ਬਣਨਾ ਹੀ ਉਦੋਂ ਸ਼ੁਰੂ ਹੁੰਦਾ ਜਦੋਂ ਇਹ ਜਿੰਦ ਆਪਣੀ ਇਹਦੇ ਚ ਰੱਖ ਦਿੰਦਾ। ਕਦੋਂ ਰੱਖਦਾ ਹੈ, ਇਹ ਤਾਂ ਜਨਨੀ ਨੂੰ, ਮਾਂ, ਜਨਮ ਦੇਣ ਵਾਲੀ ਮਾਂ ਨੂੰ ਵੀ ਨਹੀਂ ਪਤਾ। उसने अपनी जिंद टकाई, हर जियो गुफा अंदर रख के बाजा पवन बजाया, श्वास चल पे। कौन चलाਉਂਦਾ है? परमेश्वर। तो गुरु साहब जी कहते ये जिंद ते शरीर मालक दिंदा है, तेरे अपने वस विच नहीं। जियो पाए पिंड जिन साजिया, दिता पहनन खान। सूठ राग विच गुरु अर्जन देव महाराज का बचन है, हमरी गंत ना गनिया काई अपना बिरद पछान। उस शब्द विच आउंदा है, जियो पाए, जिंद पा के की कीता, पिंड जिन साजिया, आ शरीर साज दिता। अपनी जिंद पा के शरीर बनया। कि जिंद ओदी है, शरीर उसका है, उसका घाड़ दा उसकी बनाई हुई है। फिर दिता पहनन खान, खान लिए भी पैदा कर दिता, पहनन लिए भी बना दिता। फिर अपने दास की आप पैज राखी, नानक सद कुर्बान। अपने दास की इज्जत भी वो आप रखता है, जिंद भी वो दिंदा है, शरीर भी वो दिंदा है। जियो पाए, जियो पिंड खान सब, जियो पिंड प्राण सब तिसके, सारे ਉਹਦੇ ਹਨ। ਇਹ ਸਰੀਰ, ਇਹ ਪ੍ਰਾਣ ਸਭ ਉਹਦੇ ਬਣਾਏ ਹੋਏ ਹਨ। ਜਿਉ ਪਾਏ ਪਿੰਡ, ਜਿਉ ਪਾਏ ਪ੍ਰਾਣ ਸਭ ਕਿਹਦੇ ਨੇ? ਉਸ ਮਾਲਕ ਦੇ। ਫਿਰ ਕਿੱਥੇ ਘਟ ਘਟ ਰਿਹਾ ਸਮਾਈ? ਸਮਝ ਕਦੋਂ ਆਉਂਦੀ ਹੈ? ਜਦੋਂ ਗੁਰੂ ਦੇ ਗਿਆਨ ਦਾ ਦੀਪਕ ਬਲਦਾ। ਪਹਿਲਾਂ ਤੇ ਗੱਲ ਦੀ ਸਮਝ ਹੀ ਨਹੀਂ ਆਉਂਦੀ ਵੀ ਮੈਂ ਹੈ ਕੀ, ਬਣਿਆ ਕਿਵੇਂ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਦੀ ਗੱਲ ਹੀ ਸਮਝ ਲਾ। ਰਮਈਆ ਕੇ ਗੁਣ ਚੇਤ ਪੁਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਕਿੱਥੋਂ ਬਣਿਆ ਤੇ ਕੀ ਤੇਰੀ ਸ਼ਕਲ ਸੀ? ਲਹੂ ਮਾਸ ਤੋਂ ਤੂੰ ਬਣਿਆ, ਪਿਤਾ ਦੀ ਬੂੰਦ, ਮਾਂ ਦਾ ਖੂਨ ਇਕੱਠੇ ਹੋਏ ਤੂੰ ਬਣ ਗਿਆ। ਤੇਰੀ ਬੰਤਰ ਘੜੀ ਉਨੀ ਦੇਰ ਤੱਕ ਜਦ ਤੱਕ ਉਹਨੇ ਜਿੰਦ ਨਹੀਂ ਟਿਕਾਈ, ਤੂੰ ਲਹੂ ਮਾਸ ਦਾ ਲੋਥੜਾ ਸੀ। ਉਹਦੀ ਜਿੰਦ ਹੋਈ, ਫਿਰ ਤੇਰੇ ਸਰੀਰ ਦੀ ਘਾੜਤ ਸ਼ੁਰੂ ਹੋਈ। ਸਤਿਗੁਰੂ ਜੀ ਕਹਿੰਦੇ ਉਹ ਵਿਧਾਤਾ ਮਨ ਤਨ ਦੇ, ਵੀ ਉਹ
परमेश्वर पैदा करने वाला है, मूल है। जिंद ते पंड, जिंद ते प्राण ते पिंड ते शरीर सब ਉਹਦੇ ਦਿੱਤੇ ਹੋਏ ਹਨ। ਉਹ ਵਿਧਾਤਾ ਮਨ ਮੁਖ ਸੋਏ, ਵੀ ਉਹ ਵਿਧਾਤਾ ਹੀ ਮਨ ਵਿੱਚ ਤੇ ਮੂੰਹ ਵਿੱਚ ਅੰਦਰ ਬੈਠ ਕੇ ਆਪ ਬੋਲਦਾ ਹੈ। ਉਹ ਵਿਧਾਤਾ ਆਪ ਭਾਵ ਉਹਦੇ ਬੁਲਾਇਆ ਹੀ ਜੀਵ ਬੋਲਦਾ ਹੈ। ਇਹ ਬੋਲਣ ਦੀ ਤਾਕਤ ਵੀ ਉਸਨੇ ਦਿੱਤੀ ਹੈ। ਸਾਰੇ ਜੀਵਾਂ ਦੇ ਵਿੱਚ ਅੰਦਰ ਬੈਠ ਕੇ ਉਹ ਆਪ ਬੋਲਦਾ, ਭਾਵ ਇਹ ਬੋਲਣ ਦੀ ਸ਼ਕਤੀ ਵੀ ਉਸ ਮਾਲਕ ਨੇ ਦਿੱਤੀ ਹੈ। ਤੇ ਪ੍ਰਮਾਤਮਾ ਤੋਂ ਬਿਨਾ ਇਸ ਸੰਸਾਰ ਦਾ ਕੋਈ ਆਸਰਾ ਹੀ ਨਹੀਂ। ਪ੍ਰਭ ਜਗ ਜੀਵਨ ਅਵਰ ਨਾ ਕੋਈ। ਜਗਤ ਦਾ ਆਸਰਾ ਕੌਣ ਹੈ? ਕੇਵਲ ਤੇ ਕੇਵਲ ਪ੍ਰਮਾਤਮਾ। ਨਾਨਕ ਨਾਮ ਰਤੇ ਪਤ ਹੋਏ। ਤੋ ਸਤਿਗੁਰੂ ਜੀ ਕਹਿੰਦੇ ਬਈ ਇਹ ਨਾਨਕ ਪ੍ਰਮਾਤਮਾ ਦੇ ਨਾਮ ਵਿੱਚ ਰੰਗੇ ਜਾਣ ਨਾਲ ਪਤ ਮਿਲਦੀ ਹੈ, ਆਦਰ ਮਿਲਦਾ ਹੈ, ਸਤਿਕਾਰ ਮਿਲਦਾ ਹੈ। ਤੋ ਸਤਿਗੁਰੂ ਜੀ ਨੇ ਇਹ ਗੱਲ ਕੀ ਕਹੀ, ਜਦ ਤੱਕ ਗੁਰੂ ਦੇ ਗਿਆਨ ਦਾ ਦੀਪਕ ਨਹੀਂ ਬਲਦਾ ਉਦੋਂ ਤੱਕ ਇਹ ਗੱਲਾਂ ਦੀ ਸਮਝ ਸਾਨੂੰ ਨਹੀਂ ਆ ਸਕਦੀ। ਜਦੋਂ ਗੁਰੂ ਦੇ ਗਿਆਨ ਦਾ ਦੀਪਕ ਬਲ ਜਾ, ਸੋਈ ਦਾ ਦਾਇਰਾ ਵਿਸ਼ਾਲ ਹੋ ਜਾਂਦਾ ਹੈ। ਮਨੁੱਖ ਆਪਣੇ ਨਿਕੰਮੀ ਸੋਚ ਤੋਂ ਉੱਪਰ ਉੱਠ ਕੇ ਉਸ ਵਿਸ਼ਾਲ ਸੋਚ ਵੱਲ ਨੂੰ ਤੁਰਦਾ ਹੈ ਵੀ ਇਹ ਸਭ ਦਾ ਮਾਲਕ ਉਹ ਮਾਲਕ ਆਪ ਹੈ। ਤੋ ਸਤਿਗੁਰੂ ਜੀ ਅਗਲੀ ਪੌੜੀ ਵਿੱਚ ਕਹਿੰਦੇ ਨੇ, ਰਾਜਨ ਰਾਮ ਰਵੇ ਹਿਤਕਾਰ। ਰਾਜਨ ਦਾ ਅਰਥ ਦਾ ਪ੍ਰਕਾਸ਼ ਸਰੂਪ, ਰੋਸ਼ਨੀ ਸਰੂਪ। ਜਾਪ ਸਾਹਿਬ ਦੇ ਵਿੱਚ ਲਫ਼ਜ਼ ਬਹੁਤ ਵਾਰੀ ਵਰਤਿਆ ਗਿਆ ਹੈ। ਤੋ ਸਤਿਗੁਰੂ ਜੀ ਕਹਿੰਦੇ ਨੇ ਰਵੇ ਦਾ ਅਰਥ ਹੁੰਦਾ ਯਾਦ ਕਰਨਾ, ਸਿਮਰਨ ਕਰਨਾ। ਹਿਤ ਦਾ ਅਰਥ ਹੁੰਦਾ ਪਿਆਰ, ਹਿਤਕਾਰ ਪਿਆਰ ਨਾਲ, ਪ੍ਰੇਮ ਦੇ ਨਾਲ। ਤੋ ਪਰਮੇਸ਼ਰ ਦੀ ਸਿਫਤ ਸਲਾਹ ਦੀ ਇੱਕ ਢੰਗ ਮਹਾਰਾਜ ਨੇ ਦੱਸਿਆ। ਰਾਜਨ ਰਾਮ, ਜਿਹੜਾ ਮਨੁੱਖ ਪ੍ਰਕਾਸ਼ ਸਰੂਪ ਪਰਮਾਤਮਾ, ਗਿਆਨ ਸਰੂਪ ਪਰਮਾਤਮਾ ਪ੍ਰੇਮ ਨਾਲ ਸਿਮਰਦਾ ਹੈ, ਹਿਤਕਾਰ ਪ੍ਰੇਮ ਨਾਲ ਸਿਮਰਦਾ ਹੈ। ਫਿਰ ਰਣ ਮੈਂ ਲੂਜੈ ਮਨੁਆ ਮਾਰ। ਇਸ ਜੀਵਨ ਦੇ ਅਖਾੜੇ ਵਿੱਚ ਲੜਦਾ ਫਿਰ ਕਿਹਨਾਂ ਨਾਲ? ਵੈਰੀਆਂ ਨਾਲ। ਵੈਰੀ ਕੌਣ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਕਾਮਦਕ ਵੈਰੀ। ਇਸ ਜਗਤ ਅਖਾੜੇ ਵਿੱਚ ਉਹ ਮਨੁੱਖ ਜਿਹੜਾ ਪ੍ਰੇਮ ਦੇ ਨਾਲ ਪਰਮੇਸ਼ਰ ਨੂੰ ਸਿਮਰਦਾ ਹੈ, ਮਨੁਆ ਮਾਰ, ਆਪਣਾ ਮਨ ਮਾਰ ਕੇ, ਮਨ ਨੂੰ ਵਸ ਵਿੱਚ ਕਰਕੇ, ਗੁਰੂ ਦੇ ਦਿੱਤੇ ਹੋਏ ਗਿਆਨ ਨਾਲ ਆਪਣੇ ਮਨ ਨੂੰ ਵਸ ਵਿੱਚ ਕਰਕੇ ਉਹ ਫਿਰ ਇਸ ਜਗਤ ਦੇ ਅਖਾੜੇ ਵਿੱਚ, ਰਣ ਕਿਹੜਾ? ਜਗਤ ਦਾ ਅਖਾੜਾ, ਜਿੱਥੇ ਯੁੱਧ ਚੱਲ ਰਿਹਾ ਹੈ। ਇਹਦਾ ਕਾਮਦੇਵ ਵੈਰੀਆਂ ਦੇ ਨਾਲ। ਇਹ ਤਾਂ ਹੁਣ ਗੁਸਾਈ ਦਾ ਪਹਿਲਵਾਨੜਾ ਹੈ। ਇਹ ਤਾਂ ਗੁਸਾਈ ਦਾ ਪਹਿਲਵਾਨੜਾ। ਮੈਂ ਤਾਂ ਛੋਟਾ ਜਿਹਾ, ਕਹਿੰਦੇ ਛੋਟਾ ਜਿਹਾ ਗੁਰੂ ਦਾ ਭਲਵਾਨ ਆ, ਪਰ ਜੇ ਗੁਰੂ ਥਾਪੀ ਦੇ ਦੇਵੇ ਤਾਂ ਮੈਂ ਤਾਂ ਅਖਾੜਾ ਜਿੱਤ ਲਿਆ। ਪਰ ਥਾਪੀ ਕਿਹਨੂੰ ਮਿਲਦੀ ਹੈ? ਜਿਹੜਾ ਰਾਜਨ ਰਾਮ ਰਵੇ ਹਿਤਕਾਰ। ਗੁਰੂ ਪਾਤਸ਼ਾਹ ਜੀ ਸ਼੍ਰੀ ਰਾਗ ਵਿੱਚ ਜਿਹੜਾ ਬਚਨ ਦੱਸਦੇ ਨੇ, ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਹੋ ਗੁਸਾਈ ਦਾ ਪਹਿਲਵਾਨੜਾ, ਪਰ ਮੈਂ ਗੁਰਮਿਲ ਉੱਚ ਦੁਮਾਲੜਾ। ਸਭ ਹੋਈ ਛਿੰਝ ਇਕੱਠੀਆਂ, ਦਿਓ ਬੈਠਾ ਵੇਖੈ ਆਪ ਜੀਓ। ਬਾਤ ਵੱਜਣ ਟਮਕ ਭੇਰੀਆਂ, ਮਲ ਰੱਥੇ ਲੈਂਦੇ ਫੇਰੀਆਂ। ਨੇਹ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਗੁਰੂ ਨੇ ਮੇਰੇ ਕੰਡ ਤੇ ਥਾਪੀ ਦਿੱਤੀ, ਆਪਣਾ ਹੱਥ ਰੱਖ ਦਿੱਤਾ। ਕਦੋਂ? ਜਦੋਂ ਰਾਜਨ ਰਾਮ ਰਵੇ ਹਿਤਕਾਰ, ਉਸ ਪ੍ਰਕਾਸ਼ ਸਰੂਪ ਨੂੰ ਪਿਆਰ ਨਾਲ ਜਦੋਂ ਜਿੱਤਿਆ, ਜਦੋਂ ਉਸ ਪਰਮਾਤਮਾ, ਉਸ ਪਿਆਰ ਸਰੂਪ ਪਰਮੇਸ਼ਰ ਨੂੰ ਪਿਆਰ ਨਾਲ ਜਿੱਤਿਆ, ਪਿਆਰ ਨਾਲ ਸਿਮਰਿਆ, ਪਿਆਰ ਨਾਲ ਬੰਦਗੀ ਕੀਤੀ।
ਇਹਦਾ ਮਤਲਬ ਇਹ ਹੋਇਆ ਵੀ ਅਸੀਂ ਜਦੋਂ ਵਾਹਿਗੁਰੂ ਦੀ ਯਾਦ ਵਿੱਚ ਬੈਠਣਾ ਹੈ ਫਿਰ ਪਿਆਰ ਹੋਣਾ ਚਾਹੀਦਾ ਹੈ, ਅੰਦਰ ਉਹਦੇ ਲਈ ਮੁਹੱਬਤ ਹੋਣੀ ਚਾਹੀਦੀ ਹੈ। ਅੰਦਰ ਮੁਹੱਬਤ ਹੋਏਗੀ ਤਾਂ ਹੀ ਪ੍ਰੇਮ ਨਾਲ ਨੂੰ ਜਿੱਤਿਆ ਜਾ ਸਕਦਾ ਹੈ। तो सतगुरु जी कहते रन मैं लूझे मनुआ मार, रात दिनंत रहे रंग राता। रात दिन, राता का अर्थ हुंदा है रंगिया होया, रंग का अर्थ है परमेश्वर दे प्रेम विच, परमेश्वर दे रंग विच। रात दिनंत दिन रात रहे रहिंदा है, रंग परमेश्वर दे रंग विच, परमेश्वर दे प्रेम विच। राता का अर्थ है पूरी तरह रंगिया होया। सो साहब जी बचन करते ने भी ओ मनुख जिहड़ा राजन राम रवे हितकार, वो सदा ही हर वेले दिने रात परमेश्वर दे प्यार विच रंगिया रहिंदा है, भिजिया रहिंदा है। हर वेले दिन रात वो माया के स्वादां विच नहीं फसदा। वाहिगुरु का नाम रूपी धन इकट्ठा करता है। भिजण का की मतलब है, दिन रात रंगे का की मतलब है? नाम दे रंग ते चढ़ गए फिर उसनू माया दे रंग नहीं चढ़ता, वो तो माया दे रंगां नू छड्ड ही दिंदा है। ਉਹਦੇ ਹੁਕਮ ਵਿੱਚ, ਕਰਤਾਰ ਦੇ ਹੁਕਮ ਵਿੱਚ ਹੀ ਤੁਰਨੀ ਜਾਂਦੀ ਜਾਚ ਆ ਜਾਂਦੀ ਹੈ। ਉਹਨੀ ਛੱਡਿਆ ਮਾਇਆ ਸੁਆਵੜਾ, ਮਾਇਆ ਦਾ ਸਵਾਦ ਹੀ ਛੱਡ ਦਿੱਤਾ। ਧਨ ਸੰਚਿਆ ਨਾਮ ਅਪਾਰ, ਅੱਠੇ ਪੈਰ ਇੱਕ ਤੈ ਲਵੈ, ਮੰਨਣ ਮੰਨਨ ਹੁਕਮ ਅਪਾਰ। ਉਹ ਤਾਂ ਅੱਠੇ ਪੈਰ ਜੁੜੇ ਹੋਏ ਨੇ ਦਿਨ ਰਾਤ। ਇੱਕ ਤੈ ਲਵੇ ਦਾ ਮਤਲਬ ਇੱਕ ਵਿੱਚ ਸੁਰਤ ਜੁੜੀ ਹੋਈ ਹੈ। ਔਰ ਮੰਨਨ ਮੰਨਨ ਹੁਕਮ ਅਪਾਰ, ਉਸ ਵਾਹਿਗੁਰੂ ਦੇ ਹੁਕਮ ਅੱਗੇ ਆਪਣਾ ਸਿਰ ਝੁਕਾ ਦਿੱਤਾ ਹੈ। ਤੇ ਫਿਰ ਦਾਨ ਕੀ ਮੰਗਿਆ? ਜਦ ਨਾਨਕ ਮੰਗੇ ਦਾਨ ਇੱਕ ਕੀ, ਜਿਹ ਦਰਸ ਮਨ ਪਿਆਰ। ਤੇ ਵਾਹਿਗੁਰੂ ਆਪਣਾ ਪਿਆਰ ਦਾ मेरे मन विच अपना प्यार दे और अपना दीदार दे। मंगिया की यह मंगिया, दिन रात दिन रहे रंग राता, वो रंगिया होया है। तीन भवन जुग चारे जाता, कहते ने ऐसे मनुख तिन्ना भवनां विच सदा थिर रहन वाले परमात्मा दे नाल अपनी पक्की जान पछाण बना लेंदे हन। तिन्ना भवनां विच हर थां ते संसार विच, सारे संसार विच उस परमेश्वर दा पक्की जान पछाण बना लेंदे हन। हुण जिहदी जान पछाण बन गई वो किहो जिहा है? जिन जाता सो तिस ही जिया। लो बई जिहदी जान पछाण बन गई वो किदां दा हो गया? गुरु पातशाह कमाल दे बोल कहते, क्या कमाल दी गल्लां सानू समझाउंदे हन। हुण असीं कहने भी असीं भी जान लिया, सब कहते हैं पाया, सारे कहते ने पा लिया, पर जिहड़े पा लेंदे ने हुंदे किहो जिहे ने? जिन जाता सो तिस ही जिया, उस मालक वर्गे ही हन। जिन्हें ये गल समझ लई ਉਹਦੇ वर्गा हो गया, भाव माया दी मार तो तां हो गया, निर्मल हो गया। परमेश्वर निरंजन है, कालख रहत है। जिन्हें जान लिया वो भी कालख रहत हो गया। वो भी काजर कोठ में भई ना कारी, निर्मल बने उरी वाला अवस्था ते जा पहुंचा। इस संसार नूं लगी हुई जंगल नूं, संसार दे जंगल नूं लगी अग विचों भी बच के निकल गया। कज्जल दी कोठड़ी विच वड़ के भी कालख ना लगन दित्ती। जिन जाता सो तिस ही जिया,
ਸਿੱਧ ਗੋਸ਼ਟ ਦੀ ਵਿਚਾਰ ਕਰਦਿਆਂ ਆਪਾਂ ਵਿਚਾਰ ਕੀਤੀ ਸੀ, ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਾ, ਉਹ ਭੇਦ ਨਾ ਜਾਣੋ ਮੂਲ ਸਾਈਂ ਜਿਆ। ਉਹ ਜਰਾ ਥੋੜਾ ਜਿਹਾ ਹੀ ਫਰਕ ਨਾ ਸਮਝਣਾ, ਉਹ ਤਾਂ ਸਾਈਂ ਵਰਗੇ ਹਨ। ਭੇਦ ਨਾ ਜਾਣੋ ਮੂਲ ਸਾਈਂ ਜਿਆ, ਮਨ ਤਨ ਹੋਏ ਨਿਹਾਲ, ਤੁਮ ਸੰਗ ਭੇਟਿਆ, ਸੁਖ ਪਾਇਆ ਜਨ ਪ੍ਰਸਾਦ, ਦੁੱਖ ਸਭ ਮੇਟਿਆ। ਕੋਈ ਦੁੱਖ ਨਹੀਂ, ਕੁਛ ਨਹੀਂ, ਸੁੱਖ ਹੀ ਸੁੱਖ ਹਨ। ਉਹ ਤੱਤੀ ਤਵੀ ਦੇ ਬੈਠੇ ਵੀ ਤੇਰਾ ਕੀਆ ਮੀਠਾ ਲਾਗੇ ਹੀ ਗਾਉਂਦੇ ਨੇ। ਉਹ ਤਾਂ ਆਰੇ ਦੇ ਦੰਦਿਆਂ ਤੇ ਵੀ ਥੱਲੇ ਬੈਠੇ ਹੋਏ ਕਹਿੰਦੇ ਨੇ, ਜਪਜੀ ਦਾ ਪਾਠ ਪੂਰਾ ਹੋ ਲੈਂਦੇ ਹੀ ਮੇਰਾ ਮੂੰਹ ਗੁਰੂ ਵੱਲ ਕਰਦੇ ਹੀ, ਤਦ ਕਿ ਆਖਰੀ ਸਮੇਂ ਮੈਂ ਆਪਣੇ ਗੁਰੂ ਦਾ ਦੀਦਾਰ ਕਰਾਂ। ਕਿਉਂ? ਉਸ ਵਰਗੇ ਹਨ, ਸਾਈਂ ਵਰਗੇ ਹਨ। ਇਹ ਦੁਰਲੱਭ ਜਨਮ ਹੈ ਮਨੁੱਖਾ ਜਨਮ। ਇਹ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਜੀਵਨ ਨੂੰ ਸਵਾਰ ਜਾਂਦੇ ਹਨ, ਉਹ ਪਵਿੱਤਰ ਜੀਵਨ ਵਰਗੇ ਬਣ ਜਾਂਦੇ ਹਨ। ਅਤ ਨਿਰਮਾਇਲ ਸੀਜਸ ਦੇਹਾ, ਸੀਜਸ ਦਾ ਅਰਥ ਹੁੰਦਾ ਸਫਲ ਹੋ ਜਾਣਾ। ਉਹਨਾਂ ਦੀ ਜ਼ਿੰਦਗੀ ਸਰੀਰ ਸਫਲ ਹੋ ਗਿਆ, ਮਨੁੱਖਾ ਜਨਮ ਸਫਲ ਹੋ ਗਿਆ। ਨਿਰਮਲ ਦਾ ਅਰਥ, ਨਿਰਮਾਇਲ ਦਾ ਅਰਥ ਹੈ ਨਿਰਮਲ, ਪਵਿੱਤਰ। ਦੇਹਾ ਦਾ ਅਰਥ ਹੈ ਸਰੀਰ। ਅਤ ਨਿਰਮਾਇਲ ਸੀਜਸ ਦੇਹਾ, ਵੀ ਜਿਸ ਮਨੁੱਖ ਨੇ ਪਰਮੇਸ਼ਰ ਦੇ ਨਾਲ ਆਪਣੀ ਜਾਣ ਪਛਾਣ ਬਣਾ ਲਈ, ਉਸ ਵਰਗਾ ਹੋ ਗਿਆ, ਮਾਇਆ ਦੀ ਮਾਰ ਤੋਂ ਉੱਤੇ ਉੱਠ ਗਿਆ, ਉਹ ਬੜਾ ਪਵਿੱਤਰ ਹੋ ਜਾਂਦਾ ਹੈ ਤੇ ਉਹਦਾ ਸੰਸਾਰ ਤੇ ਆਇਆ ਹੋਇਆ ਵੀ ਸਫਲ ਹੋ ਜਾਂਦਾ ਹੈ। ਇਹਦਾ ਮਾਨਸ ਜਨਮ ਦੁਲੰਭ ਕਿਹਨੂੰ ਸਮਝਾਉਂਦੀ ਹੈ? ਗੁਰਮੁਖ ਪਾਇਆ, ਜਿਹੜਾ ਗੁਰੂ ਦੇ ਕੋਲੋਂ ਸਿੱਖਿਆ ਲੈਂਦਾ ਹੈ, ਉਹਨੂੰ ਸਮਝਾਉਂਦੀ ਹੈ ਕੀਮਤੀ ਜਨਮ ਹੈ। ਇਹ ਗੱਲ ਆਮ ਬੰਦਾ ਨਹੀਂ ਸਮਝਦਾ, ਨਾ ਹੀ ਕੋਈ ਆਪਣੇ ਮਨ ਦੀ ਮਤ ਨਾਲ ਇਸ ਗੱਲ ਜਾਣ ਸਕਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਮਾਨਸ ਜਨਮ ਦੁਲੰਭ, ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਭ। ਜੇ ਸਤਿਗੁਰ ਪਾਇਆ, ਰੰਗਿਆ ਗਿਆ, ਰਤਿਆ ਗਿਆ, ਮਨ ਤਨ ਰਤੇ ਗਏ। ਕਿਹਦੇ? ਫਿਰ ਹੋਇਆ ਕਿ ਚੱਲੇ ਜਨਮ ਸਵਾਰ, ਵਖਰ ਸੱਚ ਲੈ ਪਤ ਪਾਏ ਦਰਬਾਰ, ਸਤਿਗੁਰ ਸ਼ਬਦ ਭੈ। ਕਿਹੜੇ? ਅਤ ਨਿਰਮਾਇਲ ਸੀਜਸ ਦੇਹਾ, ਜਿਹੜੇ ਪ੍ਰਭੂ ਦੇ ਪ੍ਰੇਮ ਵਿੱਚ ਰੰਗੇ ਹੋਏ ਹੁੰਦੇ ਹਨ, ਉਸ ਵਾਹਿਗੁਰੂ ਦੀ ਯਾਦ ਵੱਲੋਂ ਕਦੇ ਵੀ ਮੂੰਹ ਨਹੀਂ ਜੇ ਮੋੜਦੇ, ਉਹਨੂੰ ਕਦੀ ਛੱਡਦੇ ਨਹੀਂ, ਨਾ ਹੀ ਕਦੀ ਮੂੰਹ ਮੋੜਦੇ ਹਨ। ਉਹ ਤਾਂ ਪ੍ਰੇਮ ਰੰਗ ਵਿੱਚ ਹਮੇਸ਼ਾ ਹੀ ਰੰਗੇ ਰਹਿੰਦੇ ਨੇ ਔਰ ਉਹਦੇ ਨਾਲ ਡੂੰਗੀ ਸਾਂਝ ਬਣਾ ਕੇ ਰੱਖਦੇ ਹਨ। ਪਰ ਜਿਨ੍ਹਾਂ ਨੂੰ ਇਹ ਪ੍ਰਭੂ ਪਿਆਰ ਦੀ ਦਵਾਈ ਮਾਫਕ ਨਹੀਂ ਬੈਠਦੀ, ਦਵਾਈ ਨਹੀਂ ਸੂਟ ਕਰਦੀ, ਉਹਨਾਂ ਤੇ ਅਸਰ ਵੀ ਨਹੀਂ ਹੁੰਦਾ। ਉਹ ਕਮਜ਼ੋਰ ਪ੍ਰੇਮ ਵਾਲੇ ਹਨ ਤੇ ਮੁੜ ਮੁੜ ਕੇ ਟੁੱਟਦੇ ਹਨ, ਜੰਮਦੇ ਹਨ, ਮਰ ਜਾਂਦੇ ਹਨ। ਜਿਵੇਂ ਕੱਚੇ ਕਮਜ਼ੋਰ ਫਲ ਜਿਹੜੇ ਹਨ, ਉਹ ਟਾਹਣੀ ਨਾਲੋਂ ਟੁੱਟ ਕੇ ਧਰਤੀ ਤੇ ਆ ਡਿੱਗਦੇ ਨੇ ਤੇ ਮੁੜ ਕੇ ਟਾਹਣੀ ਨਾਲ ਨਹੀਂ ਜੁੜਦੇ। ਇਹ ਉਹਨਾਂ ਦਾ ਹਾਲ ਹੈ ਜਿਹੜੇ ਕਮਜ਼ੋਰ ਦਿਲ ਦੇ, ਕਮਜ਼ੋਰ ਮਨ ਦੇ ਰੋਗੀ ਹਨ। ਪਰ ਪ੍ਰਭੂ ਪ੍ਰੇਮ ਵਿੱਚ ਰੰਗੇ ਹੋਏ ਤਾਂ ਆਪ ਇਹ ਗੱਲ ਕਹਿੰਦੇ ਨੇ, ਵਾਹਿਗੁਰੂ ਜੇ ਕੀ ਕਰਨੇ ਜੇ ਰੇਸ਼ਮੀ ਕੱਪੜੇ ਜੇ ਤੂੰ ਨਹੀਂ ਮਿਲਦਾ ਤਾਂ ਮੈਂ ਸਭ ਕੁਝ ਛਾੜ ਦਿੱਤਾ, ਮੈਂ ਤਾਂ ਮਿੱਟੀ ਵਿੱਚ ਰੁਲਦਾ ਹੋਇਆ ਹੋਵਾਂ ਵੀ ਹੋਵਾਂ ਤੇ ਤਾਂ ਵੀ ਮੈਨੂੰ ਲੱਗਦਾ ਮੈਂ ਤੇਰੇ ਆਨੰਦ ਵਿੱਚ ਖੇਡ ਰਿਹਾ ਹਾਂ। ਰੱਤੇ ਸਹੀ ਜੇ ਮੁਖ ਨਾ ਮੁੜਨ, ਜਿਨੀ ਸਜਾਤਾ ਸਾਈਂ। ਰੱਤੇ ਹੋਏ ਹਨ ਪਰ ਦੂਜੇ ਪਾਸੇ ਝੜ ਝੜ ਪੰਦੇ ਕੱਚੇ ਬਿਰਹੀ, ਜਿਨ੍ਹਾਂ ਕਾਰ ਨਾ ਆਈ। ਧਣੀ ਵੀ ਹੋਣਾ ਪਾਟ ਪਟੰਬਰ, ਭਾਈ ਛੇਤੀ ਜਾਲੇ। ਧੂੜੀ ਵਿੱਚ ਲੁਲੰਦੜੀ ਸੋਹਾ, ਨਾਨਕ ਤੈ ਸ਼ਹਿ ਨਾਲੇ। ਮੈਂ ਤਾਂ ਮਿੱਟੀ 'ਚ ਰੁਲਦੀ ਹੋਈ ਵੀ ਮੈਂ ਤੈਨੂੰ ਪ੍ਰਵਾਨ ਤੇਰੇ ਆਨੰਦ ਲੈਂਦੀ ਆ। ਕਿਹੜੇ? ਅਤ ਨਿਰਮਾਇਲ ਸੀਜਸ ਦੇਹਾ, ਪਵਿੱਤਰ ਹੋ ਗਏ।
रहसी राम हृदय एक भाए। रहसी ने रहसी रस तो लफ्ज बनया। रसी का अर्थ सदा आनंद विच, रस नाल भरपूर, आनंद स्वरूप। रस ही रहसी राम हृदय एक भाए, उन्हां दे अंदर परमेश्वर, आनंद स्वरूप परमेश्वर सदा ही टिकिया रहिंदा है। अंतर शब्द साच लिव लाए, उसके मन विच गुरु का शब्द आ वसदा, ते वह मनुख सदा ही परमेश्वर दे विच अपनी सुरत जोड़ी रखता है। किहड़े जिन्हां नूं इह गल दी समझ आ गई। तो सतगुरु जी ने अज दीआं इस दो पौड़ियां दे विच जो सानू गल समझाई भी गुरु दे ज्ञान की जदों रोशनी हो जाती है, अज्ञानता का हनेरा कटिया जाता है, वो मनुख फिर गुरु के नाल नेड़ता प्राप्त करता है। गुरु के ज्ञान के नाल उस अपने कामदिक वैरियां नूं खत्म कर लैंदा है। इस कुछ मन नूं अपने वश विच लिया के जगत के अखाड़े विचों कदी हार के नहीं जाता, जित के जाता है। दिन रात परमेश्वर के प्यार विच रंगिया होया ये मनुख सदा रहन वाले परमेश्वर नाल ही अपनी जान पछाण बनाउंदा है। फिर ਉਹਦੇ वर्गा ही हो गया, ਉਹਦੇ वर्गा ਉਹਦਾ आनंद स्वरूप ਵਿੱਚ चला गया, ਜਿਹਦੇ माया की मार तो उत्ते उठ के ਇਹੋ ਜਿਹਾ मनुख पवित्र जीवन वाला हो जाता है, ਤੇ हमेशा ही अपनी सुरत विच उस प्रीतम की याद ਨੂੰ ਟਿਕਾਈ रखता है। इन्हें बचन प्रवान करने जी। भुल चुक की खिमा, प्यार से फतेह बुलाओ। वाहिगुरु जी का खालसा, वाहिगुरु जी की फतेह।